हाँ जी साथियों, मैं हाँ तुहाडा अपना रंजीत राणा। अज मैं अपनी वीडियोज़ की तीजी कड़ी लैके तुहाडे सामने हाज़र हाँ। तो पिछलियां दो कड़ियां का काफ़ी ज़्यादा hunगारा वधिया मिलिया तो पसंद किया गया, क्योंकि जिन्ना प्रति सारिਆਂ ਦੇ ਸਾਡੇ नज़दीक ਸੀਗਾ ਉਹਦੇ ਲਈ ਉਹਨਾਂ ਨੂੰ उस ਦੁਆਰਾ ਉਹਨਾਂ ਘੜੀਆਂ ਦੇ ਵਿੱਚ ਦੀ ਲੰਘਣ ਦੀ ਸੋਚਣ ਦੀ ਉਹਨਾਂ ਦੇ ਨੇੜ ਹੋ ਕੇ ਉਹਨਾਂ ਘੜੀਆਂ ਨੂੰ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਔਰ ਇਹੋ ਜਿਹਾ ਫੀਡਬੈਕ ਮੈਨੂੰ ਮਿਲਿਆ। ਇੱਕ ਆਪਣੇ ਸਾਥੀ ਅਵਤਾਰ ਗੁੰਦਾਰਾ ਦਾ ਮੈਸੇਜ ਆਇਆ ਸੀਗਾ ਕਿ ਨੈਰੇਟਿਵ ਵਿੱਚ ਅਗਰ ਕੁਝ ਕਰੈਕਸ਼ਨਾਂ ਕਰਨੀਆਂ ਹੋਣ ਤਾਂ ਮੈਂ ਵੀ ਲਿਖਿਆ ਸੀ ਕਿ ਮੈਂ ਇਹਦੇ ਬਾਰੇ ਕੋਈ ਮੈਸੇਜ ਦਿਆਂਗਾ ਅੱਜ ਆਪਣੀ ਵੀਡੀਓ ਵਿੱਚ। ਤੇ ਮੈਂ ਸਾਰੇ ਸਾਥੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਦੇ ਮਨ ਵਿੱਚ ਲਾਜ਼ਮੀ ਕੁਝ ਸਵਾਲ ਪੈਦਾ ਹੋਣਗੇ, ਕੁਝ ਉਹਨਾਂ ਦਾ ਆਪਣਾ ਵੀ ਇਹਦੇ ਵਿੱਚ ਥੋੜ੍ਹਾ ਕੋਈ ਓਪੀਨੀਅਨ ਹੋਏਗਾ, ਥੋੜ੍ਹਾ ਇਨਪੁਟ ਵੀ ਹੋਏਗਾ, ਅਤੇ ਉਹ ਜ਼ਰੂਰ ਇਸ ਨੂੰ ਰਿਸਪੌਂਡ ਕਰਨ ਤਾਂ ਕਿ ਉਹ ਔਨਗੋਇੰਗ ਪ੍ਰੋਸੈਸ ਦੇ ਵਿੱਚ ਜੋ ਵੀ ਚੀਜ਼ ਇਨਕਲੂਡ ਕੀਤੀ ਜਾ ਸਕਦੀ ਹੈ, ਜਿਸ ਦੀ ਵੀ ਸੰਭਾਵਨਾ ਉਸ ਨੂੰ ਇਨਕਲੂਡ ਕੀਤਾ ਜਾ ਸਕੇ। ਸੋ ਉਸ ਦੇ ਵਾਸਤੇ ਤੁਸੀਂ ਵੈਬਸਾਈਟ 'ਤੇ ਵੀ ਵਟਸਐਪ ਗਰੁੱਪ ਦੇ ਵਿੱਚ ਵੀ ਪੋਸਟ ਕਰ ਸਕਦੇ ਹੋ, ਅਤੇ ਤੁਸੀਂ YouTube ਦੇ ਕਮੈਂਟਸ ਦੇ ਵਿੱਚ ਵੀ ਪੋਸਟ ਕਰ ਸਕਦੇ ਹੋ। ਅਤੇ ਤੀਸਰੀ ਗੱਲ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪ੍ਰਾਈਵੇਟਲੀ ਆਪਾਂ ਕਰਨੀਆਂ ਹੁੰਦੀਆਂ, ਉਹ ਤੁਸੀਂ ਮੇਰੇ ਨਾਲ ਫੋਨ 'ਤੇ ਜਾਂ ਤੁਸੀਂ ਮੇਰੇ ਪਰਸਨਲ ਵਟਸਐਪ ਦੇ ਉੱਤੇ ਮੈਸੇਜ ਪਾ ਸਕਦੇ ਹੋ, ਤਾਂ ਕਿ ਅਗਲੇ ਦਿਨ ਦੀ ਵੀਡੀਓ ਦੇ ਵਿੱਚ ਮੈਂ ਉਹਨਾਂ ਚੀਜ਼ਾਂ ਦੇ ਆਪਣੀ ਸਮਝ ਅਨੁਸਾਰ ਅਤੇ ਆਪਣੀ ਜੋ ਵੀ ਮੇਰੀ ਇਨਫੋਰਮੇਸ਼ਨ ਹੈ ਉਹਦੇ ਅਨੁਸਾਰ ਮੈਂ ਤੁਹਾਡੇ ਉਹਦੇ ਜਵਾਬ ਦੇ ਸਕਾਂਗੇ। ਇਸ ਤਰ੍ਹਾਂ ਅਸੀਂ ਨਾਲ ਦੀ ਨਾਲ ਜਿਹੜੇ ਖਾਲੀ ਥਾਂ ਲੱਗਦੇ ਆ ਅਤੇ ਹੋਰ ਜਿਹੜੇ ਗੈਪਸ ਹੋਣਗੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਭਰਦੇ ਰਹਾਂਗੇ। ਕੱਲ੍ਹ ਅਸੀਂ ਜਿਸ ਜਗ੍ਹਾ ਵੀਡੀਓ ਦਾ ਅੰਤ ਕੀਤਾ ਸੀ ਉਹ ਸੀ ਕਿ ਜਦੋਂ ਮੁਲਜ਼ਮਾਂ ਦੀ ਫੜਫੜਾਈ ਸ਼ੁਰੂ ਹੁੰਦੀ ਹੈ ਅਤੇ ਉਸ ਵਿੱਚ ਸਭ ਤੋਂ ਪਹਿਲਾਂ ਨਾਰੰਗਵਾਲ ਦਾ ਛੋਟਾ ਫੜਿਆ ਜਾਂਦਾ, ਫਿਰ ਦੁਰਾਹੀ ਵਾਲਾ ਫੜਿਆ ਜਾਂਦਾ, ਫਿਰ ਉਸ ਤੋਂ ਬਾਅਦ ਕੱਦੋਂ ਵਾਲਾ ਵੀ ਫੜਿਆ ਜਾਂਦਾ, ਇੱਕ ਹੋਰ ਸੀ ਜਿਹੜਾ ਉਹ ਵੀ ਫੜਿਆ ਜਾਂਦਾ, ਅਤੇ ਬਲਜਿੰਦਰ, ਜੱਗੀ ਅਤੇ ਬੇਅੰਤ ਇਹ ਫਰਾਰ ਹੋ ਜਾਂਦੇ ਆ। ਅਤੇ ਦੋ ਜੋ ਭਰਾ ਸੀ ਚੰਦਨਪ੍ਰੀਤ ਅਤੇ ਕਮਲਪ੍ਰੀਤ ਜੋ ਮੈਜਿਸਟਰੇਟ ਦੇ ਬੇਟੇ ਸਨ, ਉਹ ਵੀ ਫਰਾਰ ਹੋ ਜਾਂਦੇ ਆ। ਸੋ 4 ਆਦਮੀ ਜਿਹੜੇ ਉਸ ਵੇਲੇ ਤੱਕ ਹਿਰਾਸਤ 'ਚ ਫੜੇ ਜਾਂਦੇ ਆ। ਪੰਜਵਾਂ 1 ਮਹੀਨੇ ਦੇ ਤਕਰੀਬਨ ਬਾਅਦ ਚੰਦਨਪ੍ਰੀਤ ਦਿੱਲੀ ਤੋਂ ਫੜਿਆ ਜਾਂਦਾ, ਅਤੇ ਫਿਰ 3 ਜਿਹੜੇ ਮੁਲਜ਼ਮ ਹੈ ਬਲਜਿੰਦਰ, ਬੇਅੰਤ ਅਤੇ ਜੱਗੀ, ਇਹ ਤਕਰੀਬਨ 3-4 ਮਹੀਨੇ ਦੇ ਬਾਅਦ ਉਹ ਫੜੇ ਜਾਂਦੇ ਆ। ਫੜੇ ਤਾਂ ਉਹ ਬਠਿੰਡੇ ਤੋਂ ਜਾਂਦੇ ਆ, ਲੇਕਿਨ ਇਹ ਆ ਵੀ ਕਿਸੇ ਨੂੰ ਬਠਿੰਡੇ ਤੋਂ ਸਾਬਤ ਕੀਤਾ, ਕਿਸੇ ਨੂੰ ਹਰਿਆਣੇ ਤੋਂ ਸਾਬਤ ਕੀਤਾ। ਸੋ ਇਹ ਪੁਲਿਸ ਦਾ ਆਪਣਾ ਤਰੀਕਾ ਹੈਗਾ, ਕਿਸ ਨੇ ਕ੍ਰੈਡਿਟ ਲੈਣਾ, ਕਿਸ ਨੇ ਕਿਹਨੂੰ ਕੀ ਦੇਣਾ। ਸੋ ਇਹਨਾਂ ਗੱਲਾਂ ਦੇ ਨਾਲ 1-2 ਗੱਲਾਂ ਮੈਂ ਹੋਰ ਐਡ ਕਰਨੀਆਂ ਚਾਹਾਂਗਾ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਸਾਹਮਣੇ ਆਈਆਂ ਸੀ। ਅਤੇ ਜਿਸ ਦਿਨ ਪਿਰਥੀ ਦੀ ਅਬਡਕਸ਼ਨ ਹੋਈ ਆ ਤਾਂ ਉਸ ਤੋਂ ਜਿਹੜਾ ਮੁਲਜ਼ਮ ਆ ਕੇ ਪਹਿਲਾਂ ਦੁਕਾਨ ਦੇ ਵਿੱਚ ਬੈਂਚ 'ਤੇ ਬੈਠਾ ਸੀ, ਐਜ਼ ਪੇਸ਼ੈਂਟ ਬਣ ਕੇ ਆਇਆ ਸੀ, ਅਗਲੇ ਦਿਨ ਸਵੇਰੇ ਉਹ ਉੱਥੇ ਮੋਟਰਸਾਈਕਲ 'ਤੇ ਫਿਰ ਦੇਖਿਆ ਗਿਆ ਦੁਕਾਨ ਦੇ ਕੋਲੇ, ਘਰ ਦੇ ਕੋਲੇ। ਅਤੇ ਉਹ ਜਿਨ੍ਹਾਂ ਨੇ ਪਹਿਲੇ ਦਿਨ ਦੇ ਜਿਹੜੇ ਆਈ ਵਿਟਨੈਸ ਸੀਗੇ, ਚਸ਼ਮਦੀਦ ਗਵਾਹ ਸੀਗੇ, ਉਹਨਾਂ ਨੇ ਦੇਖਿਆ ਵੀ ਇਹ ਰਾਤ ਵਾਲਾ ਹੀ ਹੈ। ਅਤੇ ਜਦੋਂ ਨੂੰ ਇਹ ਗੱਲ ਉਹਨਾਂ ਦੇ ਵਿੱਚ ਫੈਲਣ ਲੱਗੀ ਤਾਂ ਉਹ ਉਸ ਜਗ੍ਹਾ ਤੋਂ ਭੱਜ ਗਿਆ। ਸੋ ਇਹ ਇੱਕ ਅਚੰਭੇ ਵਾਲੀ ਗੱਲ ਸੀ ਵੀ ਉਹ ਦੁਬਾਰਾ ਉਸ ਜਗ੍ਹਾ 'ਤੇ ਕਿਉਂ ਆਇਆ। ਅਤੇ ਇਹ ਗੱਲ ਫਿਰ ਅਸੀਂ ਦਰਿਆਫਤ ਕੀਤੀ DSP ਰੇਸ਼ਮ ਸਿੰਘ ਨਾਲ, ਤਾਂ ਉਹਨੇ ਦੱਸਿਆ ਕਿ ਉਹ ਇਹ ਦਰਿਆਫਤ ਕਰਨ ਆਇਆ ਸੀ ਕਿ
ਪ੍ਰਿਥੀਪਾਲ ਰੰਧਾਵੇ ਦਾ ਕੀ ਬਣਿਆ ਉਸ ਤੋਂ ਮਗਰੋਂ, ਉਹ ਬਚ ਗਿਆ ਜਾਂ ਮਰ ਗਿਆ, ਜਾਂ ਕੀ ਲੇਟੈਸਟ ਸਿਚੁਏਸ਼ਨ ਹੈ। ਉਹ ਉਸ ਦੀ ਕੰਸੋਲ ਲੈਣ ਵਾਸਤੇ ਆਇਆ ਸੀ। ਸੋ ਖੈਰ ਗੱਲ ਇਹ ਆ ਵੀ ਇੱਥੇ ਜੋ ਕੁਛ ਹੋ ਚੁੱਕਿਆ ਸੀ ਉਸ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ। ਪਰ ਇਹਦੇ ਨਾਲ ਥੋੜ੍ਹੀ ਇਹ ਚੀਜ਼ ਇੱਕ ਹੋਰ ਰੀਇਨਫੋਰਸ ਹੁੰਦੀ ਹੈ ਕਿ ਉਹਨਾਂ ਦਾ ਮਾਰਨ ਦਾ ਇਰਾਦਾ ਨਹੀਂ ਸੀ, ਅਤੇ ਇਸ ਕਰਕੇ ਵੀ ਉਹ ਉਸ ਦਾ ਪਤਾ ਲੈਣ ਆਇਆ ਸੀ ਕਿ ਉਸ ਦਾ ਐਂਡ ਰਿਜ਼ਲਟ ਕੀ ਆ। ਅਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਢੰਗ ਨਾਲ ਸੋਚ ਰਿਹਾ ਕਿ ਉਹਨਾਂ ਦੀ ਫੜਫੜਾਈ ਦੇ ਬਾਰੇ ਆਪਾਂ ਇੱਥੋਂ ਤੱਕ ਗੱਲਾਂ ਕਰਕੇ, ਮੇਰਾ ਖਿਆਲ ਇਕੱਲਾ ਕਮਲਪ੍ਰੀਤ ਦੀ ਗੱਲ ਰਹਿ ਗਈ ਸੀ, ਬਾਕੀ ਸਾਰੇ ਅਰੈਸਟ ਹੋ ਗਏ ਸੀ। ਉਹ ਕਦੇ ਵੀ ਨਾ ਫੜਿਆ ਗਿਆ ਅਤੇ ਨਾ ਪੇਸ਼ ਹੋਇਆ। 1987-88 ਤੱਕ ਇਸ ਕੇਸ ਦਾ ਫੈਸਲੇ ਵੀ ਹੋ ਚੁੱਕੇ ਸੀ ਅਤੇ ਲੋਅਰ ਕੋਰਟ 'ਚੋਂ ਉਹਨਾਂ ਨੂੰ ਸਜ਼ਾਵਾਂ ਵੀ ਮਿਲ ਚੁੱਕੀਆਂ ਸੀ। ਹਾਈ ਕੋਰਟ 'ਚ ਜਾ ਕੇ ਇਹ ਬਰੀ ਹੋ ਗਏ ਸੀ, ਅਤੇ ਕਮਲਪ੍ਰੀਤ ਉਦੋਂ ਤੱਕ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਭਗੌੜਾ ਹੀ ਸੀ, ਅਤੇ ਉਹ ਅੱਜ ਤੱਕ ਕਦੇ ਨਾ ਪੇਸ਼ ਹੋਇਆ, ਨਾ ਉਸ 'ਤੇ ਕੇਸ ਚੱਲਿਆ ਅਤੇ ਨਾ ਉਸ ਦਾ ਕੋਈ ਥਹੁ ਪਤਾ ਲੱਗਿਆ। ਜਦੋਂ ਕੇਸ ਦਾ ਅੰਤ ਹੋ ਗਿਆ, ਲੋਕ ਬਰੀ ਹੋ ਗਏ, ਤਾਂ ਕਿਸੇ ਨੂੰ ਇਸ ਵਿੱਚ ਦਿਲਚਸਪੀ ਵੀ ਨਹੀਂ ਰਹੀ। ਸੋ ਇਹ ਤਾਂ ਉਹਨਾਂ ਦੀ ਫੜਫੜਾਈ ਦਾ ਅੰਤ ਸੀਗਾ। ਇਸ ਚੀਜ਼ ਨੂੰ ਇਸ ਥਾਂ 'ਤੇ ਸਟਾਪ ਕਰਕੇ ਮੈਂ ਹੋਰ ਪਾਸੇ ਗੱਲ ਨੂੰ ਲੈ ਕੇ ਜਾਣੀ ਚਾਹੁੰਦਾ ਕਿ ਇਸ ਸਾਰੇ ਪ੍ਰੋਸੈਸ ਦਾ ਆਧਾਰ ਕੀ ਸੀ, ਕਿਵੇਂ ਗੱਲਾਂ ਇੱਥੋਂ ਤੱਕ ਪਹੁੰਚੀਆਂ, ਕਿਉਂ ਗੱਲਾਂ ਮਾਰ ਮਰਾਈ ਤੱਕ ਪਹੁੰਚੀਆਂ, ਅਤੇ ਐਡਾ ਵੱਡਾ ਕਾਰਾ ਦੇਣ ਦਾ ਪਿਛੋਕੜ ਕੀ ਸੀ, ਐਡੇ ਵੱਡੇ ਕਾਰੇ 'ਚ ਵਾਪਰਨ ਦੀਆਂ ਕਿਹੜੀਆਂ ਘਟਨਾਵਾਂ ਸੀ ਜਿਨ੍ਹਾਂ ਨੇ ਇਸ ਨੂੰ ਇਸ ਥਾਂ ਤੱਕ, ਇਸ ਮੁਕਾਮ ਤੱਕ ਪਹੁੰਚਾਇਆ। ਸੋ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡਾ ਇਸ 'ਤੇ ਵਿਚਾਰ ਕਰਨਾ, ਅਤੇ ਉਹਦੇ ਵਿੱਚ ਅੱਜ ਮੈਂ ਸ਼ੁਰੂ ਕਰਾਂਗਾ। ਅਸੀਂ ਪਹਿਲਾਂ ਜਦੋਂ ਇਸ ਪੁਆਇੰਟ 'ਤੇ ਕਲਮੀਨੇਟ ਕਰ ਦਾਂਗੇ ਕਿ ਇਹ ਘਟਨਾਵਾਂ ਇੱਥੋਂ ਤੱਕ ਕਿਉਂ ਪਹੁੰਚੀਆਂ, ਫਿਰ ਅਸੀਂ ਉਸ ਤੋਂ ਅੱਗੇ ਚੱਲਾਂਗੇ ਕਿ ਪਿਰਥੀ ਦੀ ਡੈਥ ਤੋਂ, ਉਹਦੀ ਸ਼ਹਾਦਤ ਤੋਂ ਮਗਰੋਂ ਕਿਸ ਤਰ੍ਹਾਂ ਪੰਜਾਬ 'ਚ ਲੋਕ ਲਹਿਰ ਚੱਲੀ, ਕਿਸ ਤਰ੍ਹਾਂ ਵਿਦਿਆਰਥੀਆਂ ਦੀ ਲਹਿਰ ਚੱਲੀ। ਅਸੀਂ ਉਹਨਾਂ ਬਾਰੇ ਕੁਛ ਫਿਰ ਡਿਸਕਸ ਕਰਾਂਗੇ। ਸੋ ਮੈਂ ਇਸ ਦੇ ਪਿਛੋਕੜ ਵਿੱਚ ਜਾ ਕੇ ਗੱਲ ਐਮਰਜੈਂਸੀ ਤੋਂ ਮਗਰੋਂ ਦੀ ਸ਼ੁਰੂ ਕਰਦਾ। ਉਸ ਤੋਂ ਪਹਿਲਾਂ ਦੇ ਵਿੱਚ ਵੈਸੇ ਤਾਂ ਆਪਾਂ ਬਹੁਤ ਡਿਟੇਲ ਵਿੱਚ ਡਿਸਕਸ ਕਰਾਂਗੇ ਜਦੋਂ ਜਿਸ ਤਰ੍ਹਾਂ ਆਪਾਂ ਚੀਜ਼ਾਂ ਅਨਫੋਲਡ ਹੋਣਗੀਆਂ, PSU ਦੀ ਅਤੇ ਪ੍ਰਿਥੀਪਾਲ ਰੰਧਾਵਾ ਦੀ ਹਿਸਟਰੀ 'ਤੇ ਨਜ਼ਰ ਮਾਰਾਂਗੇ, ਉਸ ਦੇ ਕੰਮਕਾਰ 'ਤੇ ਨਜ਼ਰ ਮਾਰਾਂਗੇ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਹੋਰ ਸਾਹਮਣੇ ਆਉਣਗੀਆਂ ਜਿਨ੍ਹਾਂ ਦਾ ਬੇਸਿਸ ਸੀਗਾ। ਪਰ ਮੈਂ ਇੱਕ ਗੱਲ ਤੋਂ ਬਿਨਾਂ ਬਾਕੀ ਸਾਰੀ ਗੱਲ ਹੈ ਜਿਹੜੀ ਐਮਰਜੈਂਸੀ ਤੋਂ ਮਗਰੋਂ ਤੋਂ ਹੀ ਸ਼ੁਰੂ ਕਰਨੀ ਚਾਹਾਂਗਾ। ਇੱਕ ਗੱਲ ਜਿਹੜੀ ਮੈਂ ਉਸ ਤੋਂ ਪਹਿਲਾਂ ਦੀ ਇਸ ਦੇ ਵਿੱਚ ਜਮ੍ਹਾਂ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਪੰਜਾਬ ਸਟੂਡੈਂਟਸ ਯੂਨੀਅਨ ਇੱਕ ਪੰਜਾਬ ਦੇ ਵਿੱਚ ਸਟੂਡੈਂਟਸ ਦੀ ਫੋਰਸ ਬਣ ਗਈ, ਇਨਕਲਾਬੀ ਧਿਰ ਬਣ ਗਈ, ਤਾਂ ਸਰਕਾਰੀ ਤੌਰ 'ਤੇ ਇਹਨਾਂ ਨੂੰ ਨਜਿੱਠਣ ਦੇ ਲਈ, ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਇੱਕ ਆਪਣਾ ਗੁੰਡਾ ਗਰੋਹ ਤਿਆਰ ਕਰਨਾ ਸ਼ੁਰੂ ਕੀਤਾ ਕਿ ਇਹਨਾਂ ਨੂੰ ਲੋਕਲ ਲੈਵਲ 'ਤੇ ਗੁੰਡਾ ਗਰੋਹ ਤਿਆਰ ਕਰਕੇ ਅਤੇ ਉਹਦੇ ਨਾਲ ਉਲਝਾਇਆ ਜਾਵੇ, ਅਤੇ ਤਾਂ ਕਿ ਸਟੇਟ ਵੀ ਇਸ ਦੇ ਵਿੱਚੋਂ ਪਾਲਿਸੀ ਦੇ ਤੌਰ 'ਤੇ ਬਰੀ ਰਹੇ, ਲੇਕਿਨ ਲੁਕਮੀ ਸਪੋਰਟ ਉਹਨਾਂ ਦੀ ਰਹੇ, ਲੁਕਮੇ ਅਧਿਕਾਰੀ ਲੱਭੇ ਜਾਣ ਯੂਨੀਵਰਸਿਟੀਆਂ ਦੇ ਵਿੱਚ, ਅਤੇ ਤਾਂ ਕਿ ਸਟੇਟ 'ਤੇ ਕੋਈ ਇਸ ਦੀ ਆਂਚ ਨਾ ਆਵੇ ਅਤੇ ਆਪਸ ਵਿੱਚ ਉਲਝ ਕੇ ਰਹਿ ਜਾਣ। ਸੋ ਇਹ ਇੱਕ ਸਟੇਟ ਪਾਲਿਸੀ ਬਣ ਚੁੱਕੀ ਸੀਗੀ ਐਮਰਜੈਂਸੀ ਤੋਂ ਪਹਿਲਾਂ। ਐਮਰਜੈਂਸੀ ਲੱਗੀ ਤਾਂ ਬਹੁਤ ਸਾਰੇ ਹਾਲਾਤ ਬਦਲ ਗਏ, ਬਹੁਤ ਸਾਰੇ ਲੋਕ ਅੰਡਰਗਰਾਊਂਡ ਹੋ ਗਏ, ਫੜੇ ਗਏ, ਅਤੇ ਇਸੇ ਤਰ੍ਹਾਂ PSU ਦੇ ਕਾਰਕੁਨ ਜਿਹੜੇ ਸੀ ਜਾਂ ਲੀਡਰ ਸੀ, ਜਿਹਦੇ ਵਿੱਚ ਪ੍ਰਿਥੀਪਾਲ ਰੰਧਾਵਾ, ਨਰਿੰਦਰ ਚਾਲ, ਦਰਸ਼ਨ ਪਿੱਥੋ,
ਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਸੀਗੇ ਉਹ ਪੁਲਿਸ ਨੇ ਫੜ ਲਏ, ਉਹਨਾਂ ਨੂੰ ਟੌਰਚਰ ਕੀਤਾ ਗਿਆ। ਲੇਕਿਨ ਜ਼ਿਆਦਾ ਜਾਂ ਬਹੁਤਾ ਜਾਂ ਥੋੜ੍ਹੇ ਦੇ ਤੌਰ 'ਤੇ ਮੈਂ ਇਹੀ ਗੱਲ ਕਹਾਂਗਾ ਕਿ ਐਮਰਜੈਂਸੀ ਦੇ ਦੌਰ ਦੇ ਵਿੱਚ ਜੋ 17 ਮਹੀਨਿਆਂ ਦਾ ਦੌਰ ਸੀ, ਉਹਦੇ ਵਿੱਚ ਜੋ PSU ਦੀ ਐਕਟੀਵਿਟੀ ਸੀ ਉਹ ਮੋਰ ਔਰ ਲੈਸ ਵੀ ਅੰਡਰਗਰਾਊਂਡ ਰਹੀ। ਛੋਟੇ ਛੋਟੇ ਲੈਵਲ 'ਤੇ ਅਸੀਂ ਕੁਛ ਯੂਨੀਵਰਸਿਟੀ ਦੇ ਵਿੱਚ 3-4 ਤਕਰੀਬਨ ਸੈਕੰਡ ਰੈਂਕ ਦੇ ਆਗੂ ਰਹਿ ਗਏ ਸੀ, ਜਿਹਦੇ ਵਿੱਚ ਸੁਰਿੰਦਰ, ਜਵਾਹਰ ਅਤੇ ਅਸੀਂ ਤਿੰਨੇ ਥੋੜ੍ਹਾ ਫਰੰਟ 'ਤੇ ਕੰਮ ਕਰਦੇ ਸੀ, ਅਤੇ ਬਾਕੀ ਸਾਰੇ ਸਾਡੇ ਸੱਜਣ ਜਿਹੜੇ ਸਪੋਰਟ 'ਤੇ ਪਿੱਛੇ ਸੀਗੇ। ਅਤੇ ਸੋ ਇਸ ਕਰਕੇ ਕੰਮ ਵੀ ਕੋਈ ਨਿੱਕਾ ਮੋਟਾ ਸੀਗਾ, ਵੀ ਗੁਪਤ ਮੀਟਿੰਗ ਕਰ ਲਈ, ਕੋਈ ਗੁਪਤ ਪੋਸਟਰ ਲਾ ਲਏ, ਇਹੋ ਜਿਹੀਆਂ ਗੱਲਾਂ ਵਿੱਚ ਕੋਈ ਖਾਸ ਪੰਜਾਬ ਦੇ ਲੈਵਲ 'ਤੇ ਕੋਈ ਐਕਟੀਵਿਟੀ ਨਹੀਂ ਸੀ। ਐਮਰਜੈਂਸੀ ਤੋਂ ਬਾਅਦ ਗੱਲ ਫਿਰ ਸ਼ੁਰੂ ਆਉਂਦੀ ਹੈ। ਪੰਜਾਬ 'ਚ ਅਕਾਲੀ ਚੋਣਾਂ ਹੁੰਦੀਆਂ ਨੈਸ਼ਨਲ ਲੈਵਲ 'ਤੇ, ਅਤੇ ਜਿਸ ਵਿੱਚ ਕਾਂਗਰਸ ਸਰਕਾਰ ਹਾਰ ਜਾਂਦੀ ਹੈ। ਐਮਰਜੈਂਸੀ ਉਸ ਤੋਂ ਪਹਿਲਾਂ ਹਟਾ ਲਈ ਗਈ ਸੀ ਚੋਣਾਂ ਤੋਂ, ਫਿਰ ਚੋਣਾਂ ਹੋ ਕੇ ਅਤੇ ਕਾਂਗਰਸ ਸਰਕਾਰ ਹਾਰ ਜਾਂਦੀ ਹੈ। ਇੰਦਰਾ ਗਾਂਧੀ, ਸੰਜੇ ਗਾਂਧੀ ਅਤੇ ਹੋਰ ਸਾਰੇ ਕਾਂਗਰਸ ਦੇ ਜਿਹੜੇ ਦਿੱਗਜ ਸੀਗੇ ਉਹ ਹਾਰ ਜਾਂਦੇ ਆ, ਅਤੇ ਜਨਤਾ ਸਰਕਾਰ ਬਣ ਜਾਂਦੀ ਹੈ। ਜਨਤਾ ਪਾਰਟੀ ਜੋ ਇੱਕ ਉਹ ਉਸੇ ਦੌਰ 'ਚ ਹੀ ਕੁਛ ਮਹੀਨਿਆਂ ਦੇ ਵਿੱਚ ਹੀ ਬਣਾਈ ਗਈ ਸੀ, ਜਿਸ ਦੇ ਵਿੱਚ ਅਕਾਲੀ, BJP ਅਤੇ ਹੋਰ ਜਿਹੜੀਆਂ ਤਕਰੀਬਨ ਕਾਂਗਰਸ ਦੀਆਂ ਆਪੋਜ਼ਿਟ ਪਾਰਟੀਆਂ CPI ਨੂੰ ਛੱਡ ਕੇ ਉਹਨਾਂ ਨੇ ਇੱਕ ਗੱਠਜੋੜ ਬਣਾਇਆ ਸੀ, ਅਤੇ ਉਹ ਜਿੱਤ ਜਾਂਦੀ ਹੈ। ਸੈਂਟਰ ਦੇ ਵਿੱਚ ਉਹ ਪਾਵਰ ਵਿੱਚ ਆ ਜਾਂਦੀ ਹੈ, ਜਿਸ ਵਿੱਚੋਂ ਬਾਦਲ ਹੁਣੀ MP ਬਣ ਕੇ ਦਿੱਲੀ ਚਲੇ ਜਾਂਦੇ ਆ, ਮਿਨਿਸਟਰ ਵੀ ਬਣ ਜਾਂਦੇ ਆ। ਫਿਰ ਪੰਜਾਬ ਵਿੱਚ ਇਹਨਾਂ ਨੇ ਇਲੈਕਸ਼ਨਾਂ ਕਰਵਾਈਆਂ ਸਾਰੀਆਂ, ਜੋ ਉੱਥੋਂ ਦੀਆਂ ਅਸੈਂਬਲੀਆਂ ਤੋੜ ਕੇ, ਅਤੇ ਪੰਜਾਬ ਵਿੱਚ ਵੀ ਅਕਾਲੀ ਸਰਕਾਰ ਵਾਪਸ ਆ ਜਾਂਦੀ ਹੈ। ਇਹ 77 ਦੀ ਗੱਲ ਹੈ, ਅਤੇ ਨਾਰਮਲ ਰੂਟੀਨ ਵਾਂਗੂ ਚੀਜ਼ਾਂ ਸ਼ੁਰੂ ਹੋਣ ਲੱਗੀਆਂ। ਐਮਰਜੈਂਸੀ ਦੇ ਅੰਤ ਵੇਲੇ ਤੱਕ ਕੁਛ ਮੂਵਮੈਂਟ ਵੀ ਹੋਣੀ ਸ਼ੁਰੂ ਹੋ ਗਈ ਸੀ। ਮੂਵਮੈਂਟ ਦਾ ਰੂਪ ਰੇਖਾ ਦੁਬਾਰਾ ਬਣਨੀ ਸ਼ੁਰੂ ਹੋਈ ਸੀ। ਜੋ ਅੰਡਰਗਰਾਊਂਡ ਲੀਡਰਸ਼ਿਪ ਪੈਦਾ ਹੋਈ ਸੀਗੀ, ਉਹਨਾਂ ਨੇ ਜ਼ਮੀਨ ਉੱਪਰ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰਿਥੀਪਾਲ ਰੰਧਾਵਾ ਅਤੇ ਨਰਿੰਦਰ ਚਾਲ, ਬਾਕੀ ਜਿਹੜੇ ਲੀਡਰ ਸੀ ਉਹ ਰਿਹਾ ਹੋ ਕੇ ਮੇਨ ਸਟਰੀਮ ਦੇ ਵਿੱਚ ਫਿਰ ਆ ਗਏ ਸੀ। ਅਤੇ ਪ੍ਰਿਥੀਪਾਲ ਸੰਬੰਧੀ ਇਹ ਹੈ ਕਿ ਉਸਨੇ ਉਸ ਤੋਂ ਬਾਅਦ ਵਿੱਚ ਯੂਨੀਵਰਸਿਟੀ ਦੇ ਵਿੱਚ ਐਕਸਟੈਂਸ਼ਨ ਡਿਪਾਰਟਮੈਂਟ ਦੇ ਵਿੱਚ MSc ਦੇ ਵਿੱਚ ਐਡਮਿਸ਼ਨ ਲਈ। ਇਹ ਸੰਨ 77 ਵਿੱਚ, ਉਦੋਂ ਡਾਕਟਰ ਅਮਰੀਕ ਸਿੰਘ ਚੀਮਾ ਉੱਥੇ ਵਾਈਸ ਚਾਂਸਲਰ ਹੁੰਦੇ ਸੀ। ਸੋ 77 ਤੋਂ ਪ੍ਰਿਥੀਪਾਲ ਰੰਧਾਵਾ ਦੀ ਅਗਲੀ ਪੜ੍ਹਾਈ MSc ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਉਸ ਦੀ ਸ਼ੁਰੂਆਤ ਹੁੰਦੀ ਹੈ। ਸੋ ਇਸ ਢੰਗ ਨਾਲ ਜੋ ਅੱਗੇ ਫਿਰ ਉਹੀ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਅੱਗੇ ਬਹੁਤ ਵੱਡੇ ਫੋਰਸ ਨਾਲ ਇਹ ਰੀਬਾਊਂਡ ਕਰਦੀ ਹੈ ਮੂਵਮੈਂਟ, ਅਤੇ ਫਿਰ ਸਰਫਿਸ ਦੇ ਉੱਪਰ ਬਹੁਤ ਸਾਰੀਆਂ ਉਹੀ ਰੈਲੀਆਂ, ਮੁਜ਼ਾਹਰੇ ਅਤੇ ਉਹ ਸ਼ੁਰੂ ਹੋ ਜਾਂਦੀਆਂ। ਲੇਕਿਨ ਇਸ ਵੇਲੇ ਸਰਕਾਰ ਬਦਲ ਚੁੱਕੀ ਸੀ। ਕਾਂਗਰਸ ਦੀ ਜ਼ੈਲ ਸਿੰਘ ਦੀ ਸਰਕਾਰ ਤੋਂ ਬਦਲ ਕੇ ਬਾਦਲ ਦੀ ਸਰਕਾਰ ਆ ਚੁੱਕੀ ਸੀ। ਬਾਦਲ ਪੰਜਾਬ ਦਾ ਚੀਫ ਮਿਨਿਸਟਰ ਬਣ ਚੁੱਕਾ ਸੀ, ਪ੍ਰਕਾਸ਼ ਸਿੰਘ ਬਾਦਲ। ਅਤੇ ਲੇਕਿਨ ਕਾਂਗਰਸ ਜਾਂ ਅਕਾਲੀ ਸਰਕਾਰ ਦੇ ਵਿਦਿਆਰਥੀਆਂ ਪ੍ਰਤੀ ਰਵੱਈਏ 'ਚ ਕੋਈ ਫਰਕ ਨਹੀਂ ਸੀ। ਜਦੋਂ ਤਾਂ ਕਾਂਗਰਸ ਦੀ ਵਿਰੋਧੀ ਧਿਰ ਸੀ, ਉਦੋਂ ਤਾਂ ਸਾਡੇ ਨਾਲ ਹਮਦਰਦੀ ਜ਼ਾਹਰ ਕਰਦੇ ਸੀ। ਲੇਕਿਨ ਜਦੋਂ ਕਾਂਗਰਸ ਦੀ ਸਰਕਾਰ ਬਦਲ ਕੇ ਆਪ ਆ ਗਏ ਪਾਵਰ ਵਿੱਚ, ਤਾਂ ਇਹ ਉਹੀ ਕੁਛ ਸੀ ਜੋ ਕਾਂਗਰਸ ਸੀ। ਅਤੇ ਇਹਨਾਂ ਦਾ ਜੋ ਮੋਡਸ ਆਪਰੈਂਡੀ ਕਰਨ ਦਾ ਸੀ ਉਹ ਇਹ ਸੀ ਕਿ ਇਹਨਾਂ ਮੂਵਮੈਂਟਸ ਨੂੰ, ਜਿਹੜੀਆਂ ਲੈਫਟਿਸਟ ਮੂਵਮੈਂਟਸ ਆ, ਉਹਨਾਂ ਨੂੰ ਕਿਸ ਤਰ੍ਹਾਂ ਕੁਚਲਿਆ ਜਾਵੇ। ਸਟੂਡੈਂਟਸ ਲੈਵਲ 'ਤੇ, ਕਿਸਾਨ ਲੈਵਲ 'ਤੇ, ਮਜ਼ਦੂਰ ਲੈਵਲ 'ਤੇ, ਸੋ ਵੱਖ-ਵੱਖ ਉਹਨਾਂ ਦੇ ਵੀ ਵੱਖ-ਵੱਖ ਪੈਂਤੜੇ ਸਨ, ਅਤੇ ਮੂਵਮੈਂਟ ਦੇ ਵੀ ਵੱਖ-ਵੱਖ ਪੈਂਤੜੇ ਸਨ। ਸਵਾਲ ਇੱਥੇ ਇਹ ਪੈਦਾ ਹੁੰਦਾ
ਵੀ ਜਿਸ ਤਰ੍ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਦੇ ਵਿੱਚ ਸਟੂਡੈਂਟ ਜਿਹੜੇ ਆ ਉਹ ਇੱਕ ਤਕਰੀਬਨ ਪੰਜਾਬ ਦੇ ਕਰੀਮ, ਜਿਹਦੇ ਵਿੱਚ ਮੈਂ ਇਹ ਕਹਾਂਗਾ ਵੀ ਪਿੰਡਾਂ ਦੇ ਸਕੂਲਾਂ ਦੇ ਜਿਹੜੇ ਟਾਪ 10% 15% ਉਸ ਦੇ ਵਿੱਚੋਂ ਹੀ ਸਟੂਡੈਂਟਸ ਆਉਂਦੇ ਸੀ, ਅਤੇ ਜਿਹੜੇ ਕਿ ਰਿਲੇਟਿਵਲੀ ਤੁਸੀਂ ਇਹ ਕਹਿ ਸਕਦੇ ਹੋ ਅਬਵ ਐਵਰੇਜ ਜਾਂ ਇੰਟੈਲੀਜੈਂਟ ਹੁੰਦੇ ਸੀ। ਤਾਂ ਉਸ ਕਰਕੇ PAU ਦਾ ਮਾਹੌਲ ਇੱਕ ਬਿਲਕੁਲ ਵੱਖਰਾ ਸੀ। ਇਸੇ ਤਰ੍ਹਾਂ ਹੀ ਜਿੰਨੇ ਵੀ ਰੈਜ਼ੀਡੈਂਸ਼ੀਅਲ ਕੈਂਪਸ ਸੀ, ਪੰਜਾਬੀ ਯੂਨੀਵਰਸਿਟੀ ਸੀ, ਹੋਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਸੀ, ਜਿੰਨੇ ਵੀ ਰੈਜ਼ੀਡੈਂਸ਼ੀਅਲ ਕੈਂਪਸ ਸੀਗੇ, ਉਹਨਾਂ ਦੇ ਵਿੱਚ ਜੋ ਵੀ ਉੱਥੇ ਸਟੂਡੈਂਟ ਆਉਂਦਾ ਉਸ ਦੀ ਪਰਸਨੈਲਿਟੀ ਦੇ ਵਿੱਚ ਜੋ ਤਬਦੀਲੀ ਆਉਂਦੀ ਆ ਉਹ ਬਾਕੀ ਕਾਲਜਾਂ ਨਾਲੋਂ ਡੇ ਸਕਾਲਰ ਕਾਲਜਾਂ ਨਾਲੋਂ ਵੱਖਰੀ ਆ। ਔਰ ਜਿਹੜੇ ਯੂਨੀਵਰਸਿਟੀ ਦੇ ਵਿੱਚ ਵੀ ਡੇ ਸਕਾਲਰ ਸਟੂਡੈਂਟ ਸੀ ਉਹਨਾਂ ਦੀ ਡਿਵੈਲਪਮੈਂਟ ਵੀ ਹੋਸਟਲ ਵਿੱਚ ਰਹਿਣ ਵਾਲਿਆਂ ਨਾਲੋਂ ਵੱਖਰੀ ਸੀ। ਲੇਕਿਨ ਇਹ ਹੈ ਵੀ ਆਪਾਂ ਗੱਲ PSU ਦੀ ਅਤੇ PAU ਦੀ ਗੱਲ ਕਰਦੇ ਹਾਂ ਤਾਂ ਇੱਕ ਇਹ ਤੁਰੰਤ ਸਵਾਲ ਆ ਜਾਂਦਾ ਕਿ ਇਹ ਮੁੰਡੇ ਜਿਹੜੇ ਘਰਾਂ ਤੋਂ ਇੱਕ ਐਜੂਕੇਸ਼ਨ ਦਾ ਗੋਲ ਲੈ ਕੇ PAU ਦੇ ਵਿੱਚ ਆਏ ਅਤੇ ਉਸ ਤੋਂ ਬਾਅਦ ਵਿੱਚ PAU ਦੇ ਵਿੱਚ ਉਹਨਾਂ ਨੇ ਆਪਣਾ ਸ਼ੁਰੂ ਕੀਤਾ। ਕੁਛ ਮੁੰਡੇ PSU ਵੱਲ ਚਲੇ ਗਏ, ਲੀਡਰਸ਼ਿਪ ਤੱਕ ਪਹੁੰਚ ਗਏ, ਕੁਛ ਸਟੱਡੀ ਦੇ ਵਿੱਚ ਹੀ ਰਹੇ ਅਤੇ ਉਹਨਾਂ ਨੇ ਆਪਦੇ ਆਪ ਨੂੰ ਪੜ੍ਹਾਈ 'ਚ ਡੈਡੀਕੇਟ ਕੀਤਾ, ਅਤੇ ਕੁਛ ਜਿਹੜਾ ਸੈਗਮੈਂਟ ਸੀ ਉਹ ਗੁੰਡਾ ਐਲੀਮੈਂਟ ਵੱਲ ਚਲਿਆ ਗਿਆ। ਇਹਦੇ 'ਚ ਬੜੀਆਂ ਇੰਟਰਸਟਿੰਗ ਗੱਲਾਂ ਜਿਹੜੀਆਂ ਸੋਸ਼ੀਓ ਇਕਨੋਮਿਕ ਔਰ ਕਲਚਰ, ਸਾਡਾ ਪੰਜਾਬ ਦਾ ਕਲਚਰ ਆ, ਉਹਦੇ 'ਚੋਂ ਚੀਜ਼ਾਂ ਉਤਪੰਨ ਜਿਸ ਢੰਗ ਨਾਲ ਹੁੰਦੀਆਂ ਜਾਂ ਹੋਈਆਂ, ਉਹ ਜਿਸ ਤਰ੍ਹਾਂ ਮੈਂ ਸੋਚਦਾ ਹੈਗਾ ਕਿ ਵੀ ਐਟ ਏ ਟਾਈਮ ਸਾਡੇ ਸਮਾਜ ਵਿੱਚ ਬਹੁਤ ਕੁਛ ਪੜ ਰਿਹਾ। ਇੱਕ ਸੈਗਮੈਂਟ ਸਟੂਡੈਂਟਸ ਦਾ ਸਟੱਡੀ ਵੱਲ ਚਲਿਆ ਜਾਂਦਾ, ਦੂਜਾ ਸਟੂਡੈਂਟਸ ਸੋਸ਼ਲ ਫਰੰਟ 'ਤੇ ਆ ਜਾਂਦਾ, ਤੀਸਰਾ ਸੈਗਮੈਂਟ ਹੈ ਜਿਹੜਾ ਉਹ ਗੁੰਡਾਗਰਦੀ ਵੱਲ ਚਲਿਆ ਜਾਂਦਾ। ਔਰ ਇਹ ਵੀ ਇੱਕ ਖਾਸ ਤੁਸੀਂ ਕਹਿ ਲਓ ਵੀ ਵਰਤਾਰਾ ਹੈ ਜਿਸ ਵਿੱਚ ਇਹ ਗੁੰਡੇ ਪੈਦਾ ਹੁੰਦੇ ਆ, ਸਟੂਡੈਂਟ ਯੂਨੀਅਨਾਂ ਪੈਦਾ ਹੁੰਦੀਆਂ। ਅਤੇ ਅਗਰ ਮੈਂ PSU ਦੀ ਗੱਲ ਕਰਾਂ ਤਾਂ ਇਹਨਾਂ ਰੈਜ਼ੀਡੈਂਸ਼ੀਅਲ ਕੈਂਪਸ ਦੇ ਵਿੱਚ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ, ਹੋਰ ਜਿਹੜੀਆਂ ਯੂਨੀਵਰਸਿਟੀਆਂ ਸੀ ਇਸ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਬਹੁਤ ਜ਼ਰਖੇਜ਼ ਜ਼ਮੀਨ ਸੀ। ਰਾਤ ਨੂੰ ਮੀਟਿੰਗਾਂ ਹੋਣੀਆਂ, ਆਪਸ ਵਿੱਚ ਡਿਸਕਸ਼ਨਾਂ ਹੋਣੀਆਂ, 24 ਘੰਟੇ ਇਕੱਠੇ ਰਹਿਣਾ, ਅਤੇ ਰੈਲੀਆਂ, ਮੁਜ਼ਾਹਰੇ, ਅਤੇ ਮਤਲਬ ਇੱਕ ਫਨੋਮੀਨਲ ਗਰੋਥ ਸੀ PSU ਕਾਰਕੁਨਾਂ ਦੀ ਵੀ ਅਤੇ ਆਮ ਸਟੂਡੈਂਟ ਦੀ ਵੀ ਉੱਥੇ ਫਨੋਮੀਨਲ ਗਰੋਥ ਸੀ। ਤਾਂ ਕਿਉਂਕਿ ਇੱਕ ਇਨਵਾਇਰਮੈਂਟ ਬੜਾ ਵਧੀਆ ਸੀ, ਅਤੇ ਸੈਕੰਡ ਇਹ ਹੈ ਕਿ ਗਰੋਥ ਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਸੀ ਉਹਨਾਂ ਥਾਵਾਂ 'ਤੇ ਰਹਿ ਕੇ। ਲੇਕਿਨ ਇਹਦਾ ਦੂਜਾ ਪਾਰਟ ਇਹ ਵੀ ਹੈ ਕਿ ਇਸ ਮਾਹੌਲ ਦੇ ਵਿੱਚੋਂ ਗੁੰਡੇ ਕਿਸ ਤਰ੍ਹਾਂ ਉਪਜੇ, ਜੋ ਘਰੋਂ ਇੱਕ ਬੜੇ ਇਨੋਸੈਂਟ ਚਿਹਰੇ ਬਣ ਕੇ ਆਏ ਸੀ, ਅਤੇ ਇੱਥੇ ਆ ਕੇ ਉਹਨਾਂ ਦੀ ਟਰਾਂਸਫੋਰਮੇਸ਼ਨ ਕਿਸ ਤਰ੍ਹਾਂ ਹੁੰਦੀ ਆ। ਸੋ ਮੈਂ ਚਾਹੁੰਦਾ ਕਿ ਆਪਾਂ ਇਸ ਚੀਜ਼ ਨੂੰ ਇਨ ਡੈਪਥ ਐਕਸਪਲੋਰ ਕਰੀਏ। ਸੋ ਦੋਸਤੋ, ਅੱਜ ਦੀ ਵੀਡੀਓ ਜੋ ਹੈ ਉਹ ਮੈਂ ਇੱਥੇ ਹੀ ਸਟਾਪ ਕਰਦਾ। ਬਾਕੀ ਆਪਾਂ ਇਸ ਤੋਂ ਅੱਗੇ ਕੱਲ੍ਹ ਦੀ ਕੜੀ ਦੇ ਵਿੱਚ ਸ਼ੁਰੂ ਕਰਾਂਗੇ, ਅਤੇ ਮੈਂ ਫਿਰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਜੋ ਆਪਣੇ ਸਵਾਲ ਹੈ ਤੁਹਾਨੂੰ ਇਹਦੇ ਲਾਜ਼ਮੀ ਹੈ ਕਿ ਜਦੋਂ ਤੁਸੀਂ ਇਹ ਚੀਜ਼ਾਂ ਸੁਣਦੇ ਹੋਵੋਗੇ ਇਹਦੇ ਵਿੱਚੋਂ ਤੁਹਾਡੇ ਮਨ 'ਚ ਕਈ ਕਿਸਮ ਦੇ ਸਵਾਲ ਉਪਜਦੇ ਹੋਣਗੇ, ਜਿਹਦੇ ਵਿੱਚ ਕੀ ਮਿਸ ਹੋ ਗਿਆ, ਕੀ ਮੇਰੀ ਕੁਛ ਮੇਰਾ ਵੱਖਰਾ ਓਪੀਨੀਅਨ ਹੈ ਜਾਂ ਮੇਰੀ ਵੱਖਰੀ ਸਟੇਟਮੈਂਟ ਹੈ, ਅਤੇ ਕਿਹੜੀਆਂ ਗੱਲਾਂ ਜਿਹੜੀਆਂ ਵੀ ਤੁਹਾਨੂੰ ਨਹੀਂ ਪਤਾ ਜਾਂ ਤੁਹਾਡੇ ਮਨ 'ਚ ਸਵਾਲ ਹੋਰ ਉਪਜਦੇ ਆ ਵੀ ਇਹ ਕਿਉਂ ਚੀਜ਼ ਹੋਈ ਸੀ। ਮੇਰਾ ਖਿਆਲ ਹੈ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਨਾਲ ਦੀ ਨਾਲ ਚੱਲਣਾ ਚਾਹੀਦਾ, ਅਤੇ ਤੁਹਾਡੇ ਸਵਾਲਾਂ ਦਾ ਜਵਾਬ ਮੈਂ ਫਿਰ ਅੱਜ ਤਾਂ ਮੈਂ ਸਵਾਲਾਂ ਦੀ ਉਡੀਕ ਕਰੂੰਗਾ, ਅਤੇ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ
ਸਵਾਲਾਂ ਦੇ ਜਵਾਬ ਤੋਂ ਗੱਲ ਸ਼ੁਰੂ ਕਰਾਂਗੇ ਤੇ ਇਸ ਘਟਨਾਕ੍ਰਮ ਨੂੰ ਲੈ ਕੇ ਅੱਗੇ ਚੱਲਾਂਗੇ। ਸੋ ਸਾਥੀਓ, ਲਾਲ ਸਲਾਮ, ਹੈਵ ਗੁੱਡ ਡੇ। ਬਾਕੀ ਆਪਾਂ ਕੱਲ੍ਹ ਨੂੰ ਫਿਰ ਮਿਲਾਂਗੇ। ਥੈਂਕ ਯੂ।